ਹੈਲੋ ਡੀਅਰ ਸਟੂਡੈਂਟਸ, ਅੱਜ ਆਪਾਂ ਤੁਹਾਡੀ ਕਿਤਾਬ ਦੀ ਇੱਕ ਪੋਇਮ ਨੰਬਰ 2 ਹੈ ਟ੍ਰੇਨਸ, ਉਹ ਬੇਟੇ ਅਸੀਂ ਰੀਡ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ। ਬੇਟੇ ਤੁਸੀਂ ਇਸੇ ਸਕਰੀਨ 'ਤੇ ਦੇਖਦੇ ਰਹਿਣਾ ਜਾਂ ਤੁਸੀਂ ਆਪਣੀ ਕਿਤਾਬ ਖੋਲ੍ਹ ਲੈਣੀ ਹੈ। ਤਾਂ ਜਿੱਥੋਂ ਜੇਕਰ ਕੋਈ ਚੀਜ਼ ਨਾ ਸਮਝ ਆਵੇ ਤਾਂ ਬੇਟੇ ਤੁਸੀਂ ਮੇਰੇ ਤੋਂ ਪੁੱਛ ਲੈਣਾ ਹੈ, ਮੈਨੂੰ ਪਰਸਨਲ ਮੈਨੂੰ ਮੈਸੇਜ ਕਰਕੇ ਵਟਸਐਪ 'ਤੇ ਤੁਸੀਂ ਪੁੱਛ ਲੈਣਾ ਹੈ। ਤਾਂ ਬੇਟੇ ਸਭ ਤੋਂ ਪਹਿਲਾਂ ਅਸੀਂ ਆਹ ਬਲੂ ਕਲਰ ਦੇ ਤੁਹਾਨੂੰ ਬੇਟੇ ਜਿਹੜੇ ਨਜ਼ਰ ਆ ਰਹੇ ਨੇ, ਇੱਕ ਬਾਕਸ ਨਜ਼ਰ ਆ ਰਿਹਾ ਹੈ, ਉਹਦੇ ਅਸੀਂ ਬੇਟੇ ਮੀਨਿੰਗ ਜਿਹੜੇ ਹੈ ਉਹ ਤੁਸੀਂ ਲਿਖਣੇ ਹੈ, ਕਾਪੀਆਂ ਦੇ ਉੱਪਰ ਲਿਖਣੇ ਹੈ ਬੇਟੇ। ਸਭ ਤੋਂ ਪਹਿਲਾ ਵਰਡ ਹੈ ਪੈਸੰਜਰ, ਇਹਦਾ ਮਤਲਬ ਹੁੰਦਾ ਬੇਟੇ ਯਾਤਰੀ। ਫਿਰ ਹੈ ਪ੍ਰੀਸ਼ੀਅਸ, ਇਹਦਾ ਮਤਲਬ ਹੁੰਦਾ ਬੇਟੇ ਕੀਮਤੀ। ਫਿਰ ਹੈ ਮੇਲ, ਇਹਦਾ ਮਤਲਬ ਹੁੰਦਾ ਬੇਟੇ ਡਾਕ। ਫਿਰ ਹੁੰਦਾ ਬੇਟੇ ਫਰੇਟ, ਇਹਦਾ ਮਤਲਬ ਹੁੰਦਾ ਮਾਲ ਗੱਡੀ ਵਾਲਾ ਫਰੇਟ। ਅਤੇ ਡਸਕ ਹੁੰਦਾ ਬੇਟੇ ਸ਼ਾਮ ਦਾ ਸਮਾਂ। ਡਾਨ ਦਾ ਮਤਲਬ ਹੁੰਦਾ ਬੇਟੇ ਸਵੇਰ ਦਾ ਸਮਾਂ, ਤਰਕਾਲਾਂ ਜਿਹਨੂੰ ਅਸੀਂ ਕਹਿੰਦੇ ਹਾਂ। ਵਿਦਾਊਟ ਮਤਲਬ ਹੁੰਦਾ ਦੇ ਬਿਨਾਂ। ਅਤੇ ਫੇਲ ਦਾ ਮਤਲਬ ਹੁੰਦਾ ਫੇਲ ਹੋ ਜਾਣਾ, ਅਸਫਲ ਹੋ ਜਾਣਾ। ਚਲੋ ਬੇਟੇ ਅਸੀਂ ਟ੍ਰੇਨ ਜਿਹੜਾ ਚੈਪਟਰ ਹੈ ਉਹ ਪੜ੍ਹਨਾ, ਟ੍ਰੇਨ ਦੀ ਜਿਹੜੀ ਪੋਇਮ ਹੈ ਉਹ ਪੜ੍ਹਨਾ ਸਟਾਰਟ ਕਰਦੇ ਹਾਂ। ਇੱਕ ਸੈਕਿੰਡ ਰੁਕੋ। ਹਾਂਜੀ ਹੁਣ ਅਸੀਂ ਪੜ੍ਹਨਾ ਸਟਾਰਟ ਕਰਦੇ ਹਾਂ ਬੇਟੇ ਟ੍ਰੇਨਸ। Over the mountains, over the plains, over the rivers, here come the trains। ਕਹਿੰਦਾ ਪਹਾੜਾਂ ਦੇ ਉੱਤੋਂ ਦੀ ਹੁੰਦੀ ਹੋਈ, ਮੈਦਾਨਾਂ ਦੇ ਵਿੱਚੋਂ ਦੀ ਹੁੰਦੀ ਹੋਈ, ਨਦੀਆਂ ਦੇ ਉੱਤੋਂ ਹੁੰਦੀ ਹੋਈ, ਆਹ ਦੇਖੋ ਟ੍ਰੇਨ ਆ ਗਈ ਹੈ, ਟ੍ਰੇਨਾਂ ਆ ਗਈਆਂ ਹਨ, ਗੱਡੀਆਂ ਆ ਰਹੀਆਂ ਹਨ। ਕੈਰਿੰਗ ਪੈਸੰਜਰਸ, ਯਾਤਰੀਆਂ ਨੂੰ ਲੈ ਕੇ ਆਉਂਦੀਆਂ ਹਨ। ਕੈਰਿੰਗ ਮੇਲ, ਸਾਡੀ ਡਾਕ ਲੈ ਕੇ ਆਉਂਦੀਆਂ ਹਨ। ਬ੍ਰਿੰਗਿੰਗ ਦੇਅਰ ਪ੍ਰੀਸ਼ੀਅਸ ਲੋਡਸ ਹੁੰਦਾ ਬੇਟੇ ਸਮਾਨ, ਉਹਨਾਂ ਦੇ ਕੀਮਤੀ ਸਮਾਨ ਨੂੰ ਲੈ ਕੇ ਆਉਂਦੀਆਂ ਹਨ। ਇਨ ਵਿਦਾਊਟ ਫੇਲ, ਅਤੇ ਇਹ ਕਦੇ ਵੀ ਅਸਫਲ ਨਹੀਂ ਹੁੰਦੀਆਂ। ਭਾਵ ਕਿ ਜਿਹੜੀ ਡੈਸਟੀਨੇਸ਼ਨ 'ਤੇ ਜਿਹਨੇ ਜਾਣਾ ਹੁੰਦਾ ਹੈ, ਚਾਹੇ ਉਹ ਪੈਸੰਜਰ ਹੋਣ, ਚਾਹੇ ਉਹ ਮੇਲ ਹੋਵੇ, ਚਾਹੇ ਕੀਮਤੀ ਸਮਾਨ ਹੋਵੇ, ਉਹ ਟ੍ਰੇਨਾਂ ਲੈ ਕੇ ਆਉਂਦੀਆਂ ਹਨ। ਹੁਣ ਇੱਕ ਵਾਰੀ ਰਿਪੀਟ ਕਰਦਾ ਮੈਂ, ਓਵਰ ਦਾ ਮਾਊਂਟੇਨਸ, ਓਵਰ ਦਾ ਪਲੇਨਸ, ਓਵਰ ਦਾ ਰਿਵਰਸ, ਹੇਅਰ ਕਮ ਦਾ ਟ੍ਰੇਨਸ, ਕੈਰਿੰਗ ਪੈਸੰਜਰਸ, ਕੈਰਿੰਗ ਮੇਲ, ਬ੍ਰਿੰਗਿੰਗ ਦੇਅਰ ਪ੍ਰੀਸ਼ੀਅਸ ਲੋਡਸ, ਇਨ ਵਿਦਾਊਟ ਫੇਲ। ਤਾਂ ਇਹ ਸੀ ਬੇਟੇ ਕਵਿਤਾਵਾਂ ਦੀਆਂ ਪਹਿਲੀਆਂ ਲਾਈਨਾਂ। ਹੁਣ ਅਸੀਂ ਅਗਲੀਆਂ ਲਾਈਨਾਂ ਵੱਲ ਚੱਲਦੇ ਹਾਂ। ਥਾਊਜ਼ੈਂਡਸ ਆਫ ਫਰੇਟ ਕਾਰਸ, ਹਜ਼ਾਰਾਂ ਮਾਲ ਗੱਡੀਆਂ, ਆਲ ਰਸ਼ਿੰਗ ਔਨ, ਸਾਰੀਆਂ ਭੱਜ ਰਹੀਆਂ ਹਨ। ਥਰੂ ਡੇ ਐਂਡ ਡਾਰਕਨੈਸ, ਦਿਨ ਤੋਂ ਲੈ ਕੇ, ਡਾਰਕਨੈਸ ਹੁੰਦਾ ਰਾਤ, ਅੰਧੇਰੇ ਤੱਕ। ਥਰੂ ਡਸਕ ਐਂਡ ਡਾਨ, ਡਸਕ ਹੁੰਦਾ ਬੇਟੇ ਸ਼ਾਮ ਦਾ ਵੇਲਾ, ਡਾਨ ਹੁੰਦਾ ਸਵੇਰ ਦਾ ਵੇਲਾ, ਉਹਦੇ ਸ਼ਾਮ ਤੋਂ ਲੈ ਕੇ ਸਵੇਰ ਤੱਕ। ਓਵਰ ਦਾ ਮਾਊਂਟੇਨਸ, ਓਵਰ ਦਾ ਪਲੇਨਸ, ਓਵਰ ਦਾ ਰਿਵਰਸ, ਹੇਅਰ ਕਮ ਦਾ ਟ੍ਰੇਨਸ। ਤਾਂ ਫਿਰ ਪਹਾੜਾਂ ਦੇ ਉੱਤੋਂ ਦੀ ਹੁੰਦੀਆਂ ਹੋਈਆਂ, ਪਲੇਨਸ ਮੈਦਾਨਾਂ ਦੇ ਵਿੱਚੋਂ ਹੁੰਦੀਆਂ ਹੋਈਆਂ, ਨਦੀਆਂ ਦੇ ਉੱਤੋਂ ਦੀ ਹੁੰਦੀਆਂ ਹੋਈਆਂ, ਆਹ ਦੇਖੋ ਗੱਡੀਆਂ ਆਉਂਦੀਆਂ ਹਨ। ਇਹਨਾਂ ਲਾਈਨਾਂ ਨੂੰ ਮੈਂ ਦੁਬਾਰਾ ਪੜ੍ਹਦਾ ਬੇਟੇ। ਥਾਊਜ਼ੈਂਡਸ ਆਫ ਫਰੇਟ ਕਾਰਸ, ਆਲ ਰਸ਼ਿੰਗ ਔਨ, ਹਜ਼ਾਰਾਂ ਮਾਲ ਗੱਡੀਆਂ ਭੱਜ ਰਹੀਆਂ ਹਨ। ਥਰੂ ਡੇ ਐਂਡ ਡਾਰਕਨੈਸ, ਥਰੂ ਡਸਕ ਐਂਡ ਡਾਨ, ਸ਼ਾਮ ਤੋਂ ਲੈ ਕੇ ਸਵੇਰ ਤੱਕ ਭੱਜਦੀਆਂ ਹਨ। ਓਵਰ ਦਾ ਮਾਊਂਟੇਨਸ, ਓਵਰ ਦਾ ਪਲੇਨਸ, ਪਹਾੜਾਂ ਉੱਤੋਂ ਹੋ ਕੇ, ਪਲੇਨਸ ਦੇ ਉੱਤੋਂ ਹੋ ਕੇ, ਮੈਦਾਨਾਂ ਦੇ ਉੱਤੋਂ ਹੋ ਕੇ। ਓਵਰ ਦਾ ਰਿਵਰਸ, ਨਦੀਆਂ ਦੇ ਉੱਤੋਂ ਦੀ ਹੋ ਕੇ। ਹੇਅਰ ਕਮ ਦਾ ਟ੍ਰੇਨਸ, ਉਹ ਦੇਖੋ ਟ੍ਰੇਨਾਂ ਆਉਂਦੀਆਂ ਹਨ। ਤਾਂ ਫਿਰ ਬੇਟੇ ਹੁਣ ਦੇਖੋ ਧਿਆਨ ਨਾਲ, ਵੋਕੈਬਲਰੀ ਐਕਸਪੈਂਸ਼ਨ ਦਾ ਮਤਲਬ ਕੀ ਹੁੰਦਾ ਵੀ ਤੁਹਾਡੇ ਦਿਮਾਗ ਦੇ ਵਿੱਚ ਨਾ ਕੁਝ ਸ਼ਬਦ ਹੁੰਦੇ ਨੇ, ਉਹਨਾਂ ਨੂੰ ਐਕਸਪੈਂਡ ਕਰਨਾ ਹੈ, ਉਹਨਾਂ ਨੂੰ ਅਸੀਂ ਹੋਰ ਜ਼ਿਆਦਾ ਜਿਹੜਾ ਹੈ ਉਹ ਐਕਸਪੈਂਡ ਕਰਨਾ ਹੈ, ਮਤਲਬ ਕਿ ਉਹਨਾਂ ਦੀ ਬਹੁਤਾਤ ਕਰਨੀ ਹੈ, ਉਹਨਾਂ ਨੂੰ ਵਧਾਉਣਾ ਹੈ। ਹੁਣ ਦੇਖੋ ਇੱਕ ਲਾਈਨ ਪੜ੍ਹਦਾ ਮੈਂ, ਟ੍ਰੇਨਸ ਆਰ ਏ ਵੈਰੀ ਇੰਪੋਰਟੈਂਟ ਮੀਨਸ ਆਫ ਲੈਂਡ ਟਰਾਂਸਪੋਰਟ ਇਨ ਇੰਡੀਆ। ਭਾਰਤ ਦੇ ਵਿੱਚ ਜਿਹੜੀਆਂ ਗੱਡੀਆਂ ਹਨ ਉਹ ਬਹੁਤ ਮਹੱਤਵਪੂਰਨ ਸਾਧਨ ਹਨ ਟਰਾਂਸਪੋਰਟ ਦਾ। ਟਰਾਂਸਪੋਰਟ ਮਤਲਬ ਆਵਾਜਾਈ ਦਾ। ਇੰਡੀਆ ਹੈਜ਼ ਏ ਲਾਰਜ ਨੈਟਵਰਕ ਆਫ ਟ੍ਰੇਨਸ, ਭਾਰਤ ਦੇ ਵਿੱਚ ਟ੍ਰੇਨਸ ਦਾ ਬਹੁਤ ਵੱਡਾ ਜਾਲ ਵਿਛਿਆ ਹੋਇਆ ਹੈ। ਤਾਂ ਬੇਟੇ ਦੇਖੋ ਹੁਣ ਇਹਦੇ ਵਿੱਚੋਂ ਸਾਨੂੰ ਕਿਹੜੇ ਨਵੇਂ ਸ਼ਬਦ ਮਿਲੇ ਇਸ ਲਾਈਨ ਵਿੱਚੋਂ। ਟ੍ਰੇਨਸ ਤਾਂ ਸਾਨੂੰ ਬੇਟੇ ਪਤਾ ਹੀ ਸੀ। ਇੰਪੋਰਟੈਂਟ ਦਾ ਮਤਲਬ ਹੁੰਦਾ ਬੇਟੇ ਮਹੱਤਵਪੂਰਨ। ਮੀਨਸ ਦਾ ਮਤਲਬ ਹੁੰਦਾ ਹੈ ਸਾਧਨ। ਲੈਂਡ ਦਾ ਮਤਲਬ ਹੁੰਦਾ ਹੈ ਧਰਤੀ।
ਟਰਾਂਸਪੋਰਟ ਦਾ ਮਤਲਬ ਹੁੰਦਾ ਹੈ ਆਵਾਜਾਈ, ਇੰਡੀਆ ਤਾਂ ਸਾਡਾ ਭਾਰਤ ਹੈਗਾ ਹੀ ਹੈ ਬੇਟੇ। ਅੱਗੇ ਲਾਰਜ ਦਾ ਮਤਲਬ ਹੁੰਦਾ ਹੈ ਵੱਡਾ, ਨੈਟਵਰਕ ਦਾ ਮਤਲਬ ਹੁੰਦਾ ਜਾਲ, ਟ੍ਰੇਨਸ ਦਾ ਮਤਲਬ ਬੇਟੇ ਤੁਹਾਨੂੰ ਪਤਾ ਹੀ ਹੈ। ਇਹ ਤੁਹਾਡੀ ਵੋਕੈਬਲਰੀ ਵਧਾਉਣ ਵਾਸਤੇ ਬੇਟੇ ਤੁਹਾਨੂੰ ਇੱਕ ਸੈਂਟੈਂਸ ਮੈਂ ਪੜ੍ਹਾਇਆ ਹੈ। ਹੁਣ ਬੇਟੇ ਅਸੀਂ ਕੀ ਕਰਦੇ ਹਾਂ, ਐਕਟੀਵਿਟੀ 2 ਬੇਟੇ ਸਾਨੂੰ ਨਾ ਆ ਦੇਖੋ, ਇੱਕ ਸੈਕਿੰਡ ਰੁਕੋ, ਬਰਸ਼ ਲੈ ਲਓ ਮੈਨੂੰ, ਹਾਂਜੀ ਆਹ ਦੇਖੋ ਬੇਟੇ, ਆਹ ਦੇਖੋ ਇਹ ਵਾਲੀ ਐਕਟੀਵਿਟੀ ਦੇ ਵਿੱਚ ਤੁਹਾਨੂੰ ਬਾਕਸ ਦੇ ਵਿੱਚ ਕੁਝ ਸ਼ਬਦ ਦਿੱਤੇ ਹੋਏ ਨੇ, ਕਾਰ, ਐਰੋਪਲੇਨ, ਸਕੂਟਰ, ਹੈਲੀਕਾਪਟਰ, ਬੋਟ, ਆਟੋ, ਬੱਸ, ਸ਼ਿਪ, ਸਬਮੈਰਾਈਨ, ਟ੍ਰੇਨ, ਜੀਪ, ਬਾਈਸਾਈਕਲ। ਮੈਨੂੰ ਪਤਾ, ਮੈਨੂੰ ਲੱਗਦਾ ਕਿ ਤੁਹਾਨੂੰ ਸਾਰਿਆਂ ਦੇ ਮੀਨਿੰਗ ਪਤਾ ਹੈ, ਸਿਰਫ ਆ ਸਬਮਰਾਈਨ ਦਾ ਮਤਲਬ ਸ਼ਾਇਦ ਕਿਸੇ ਬੱਚੇ ਨੂੰ ਨਾ ਪਤਾ ਹੋਵੇ। ਸਬਮਰਾਈਨ ਦਾ ਮਤਲਬ ਹੁੰਦਾ ਹੈ, ਸਬਮਰੀਨ ਵੀ ਬੋਲਦੇ ਬੇਟੇ ਇਹਨੂੰ, ਇਹਦਾ ਮਤਲਬ ਹੁੰਦਾ ਹੈ ਪਨ ਡੁਬਕੀ, ਜਿਹੜੀ ਕਿ ਐਸੀ ਕਿਸ਼ਤੀ ਹੁੰਦੀ ਹੈ ਜੋ ਪਾਣੀ ਦੇ ਥੱਲੇ ਵੀ ਚੱਲਦੀ ਹੈ, ਉਸ ਨੂੰ ਕਹਿੰਦੇ ਆ ਸਬਮਰਾਈਨ। ਬਾਕੀ ਤਾਂ ਬੇਟੇ ਕਾਰ, ਐਰੋਪਲੇਨ, ਸਕੂਟਰ, ਹੈਲੀਕਾਪਟਰ, ਬੋਟ ਮਤਲਬ ਕਿਸ਼ਤੀ ਹੁੰਦੀ ਹੈ, ਆਟੋ ਰਿਕਸ਼ਾ ਤੁਸੀਂ ਸਾਰਿਆਂ ਨੂੰ ਪਤਾ ਹੀ ਹੈ, ਬੱਸ ਦਾ ਤੁਹਾਨੂੰ ਪਤਾ ਹੀ ਹੈ, ਸ਼ਿਪ ਦਾ ਤਾਂ ਸ਼ਿਪ ਸਮੁੰਦਰੀ ਜਹਾਜ਼ ਹੁੰਦਾ ਹੈ, ਟ੍ਰੇਨ ਤੁਹਾਨੂੰ ਪਤਾ ਹੈ, ਜੀਪ ਦਾ ਪਤਾ ਹੈ, ਬਾਈਸਾਈਕਲ ਦਾ ਪਤਾ ਹੈ, ਠੀਕ ਹੈ ਨਾ। ਹੁਣ ਬੇਟੇ ਤੁਹਾਡਾ ਕੰਮ ਕੀ ਹੈ ਪੁੱਤਰ, ਤੁਹਾਡਾ ਕੰਮ ਇਹ ਹੈ ਕਿ ਬੇਟੇ ਤੁਸੀਂ, ਤੁਹਾਡਾ ਕੰਮ ਕੀ ਹੈ ਬੇਟੇ, ਤੁਹਾਡਾ ਕੰਮ ਹੈ ਕਿ ਤੁਸੀਂ ਇਹਨਾਂ ਵਾਕਾਂ ਨੂੰ ਤੁਸੀਂ ਆਹ ਦੇਖੋ, ਤੁਹਾਡੇ ਕੋਲ ਕਿਤਾਬ ਦੇ ਵਿੱਚ 3 ਬਾਕਸ ਬਣੇ ਹੋਏ ਆ ਬੇਟੇ, ਤੁਹਾਡੇ ਕੋਲ ਬੁੱਕ ਦੇ ਵਿੱਚ 3 ਬਾਕਸ ਬਣੇ ਹੋਏ ਨੇ, ਇੱਕ ਲੈਂਡ ਬਣਿਆ ਹੋਇਆ, ਇੱਕ ਸਕਾਈ ਬਣਿਆ ਹੋਇਆ, ਇੱਕ ਵਾਟਰ ਬਣਿਆ ਹੋਇਆ। ਤੁਸੀਂ ਇਹਨਾਂ ਦੇ ਵਿੱਚ ਇੱਥੇ ਉਹ ਸ਼ਬਦ ਲਿਖਣੇ ਨੇ ਉਹਨਾਂ ਦੇ ਵਿੱਚੋਂ ਜਿਹੜੇ ਕਿ ਧਰਤੀ ਤੇ ਚੱਲਦੀਆਂ ਚੀਜ਼ਾਂ, ਇੱਥੇ ਜਿਹੜੇ ਬੇਟੇ ਹਵਾ ਦੇ ਵਿੱਚ ਚੱਲਣ ਵਾਲੀਆਂ, ਇੱਥੇ ਪਾਣੀ ਦੇ ਵਿੱਚ ਚੱਲਣ ਵਾਲੀਆਂ, ਇਹਨਾਂ ਚੀਜ਼ਾਂ ਨੂੰ ਤੁਸੀਂ ਬੇਟੇ ਲਿਖਣਾ ਹੈ। ਇਹ ਕਿਹੜੀਆਂ ਚੀਜ਼ਾਂ ਬੇਟੇ, ਆਹ ਵਾਲੀਆਂ ਚੀਜ਼ਾਂ ਬੇਟੇ, ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਬੇਟੇ ਉੱਥੇ ਲਿਖਣੇ ਹੈ, ਇਸ ਲਾਈਨ ਦੇ ਵਿੱਚ, ਇਹਨਾਂ ਚੀਜ਼ਾਂ ਦੇ ਵਿੱਚ ਇੱਥੇ ਲੈਂਡ ਵਾਲੇ ਲਿਖਦੇ ਆ ਜੇ, ਇੱਥੇ ਹਵਾ ਵਾਲੇ ਲਿਖਦੇ ਆ ਜੇ, ਇੱਥੇ ਪਾਣੀ ਵਾਲੇ ਲਿਖਦੇ ਆ ਜੀ, ਠੀਕ ਹੈ ਨਾ। ਇਹ ਚੀਜ਼ਾਂ ਬੇਟੇ ਤੁਸੀਂ ਜ਼ਰੂਰ ਲਿਖਣੀਆਂ ਨੇ ਤਾਂ ਕਿ ਤੁਹਾਨੂੰ, ਮੈਨੂੰ ਕਲੀਅਰ ਹੋ ਜਾਏ ਕਿ ਤੁਹਾਨੂੰ ਇਹ ਚੀਜ਼ਾਂ ਦਾ ਪਤਾ ਹੈ। ਉਸ ਤੋਂ ਬਾਅਦ ਬੇਟੇ ਕੁਐਸਚਨ ਹੈ ਪਹਿਲਾ, ਇਹ ਤੁਸੀਂ ਕਾਪੀਆਂ ਦੇ ਉੱਪਰ ਲਿਖਣਾ ਹੈ, what places do the trains go to? ਗੱਡੀਆਂ ਕਿੱਥੇ ਕਿੱਥੇ ਜਾਂਦੀਆਂ ਨੇ? the trains go over the mountains, plains and rivers. ਗੱਡੀਆਂ ਪਹਾੜਾਂ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ, ਮੈਦਾਨਾਂ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ ਤੇ ਨਦੀਆਂ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ ਜਾਂਦੀਆਂ ਨੇ। ਉਸ ਤੋਂ ਬਾਅਦ ਬੇਟੇ ਸੈਕਿੰਡ ਕੁਐਸਚਨ ਹੈ what do they carry? ਇਹ ਕੀ ਲੈ ਕੇ ਜਾਂਦੀਆਂ ਨੇ? they carry, ਇਹਦੇ ਦੇਖੋ ਇੱਥੇ ਹੈ ਬੇਟੇ, they carry passengers and mail. ਉਹ ਪੈਸੰਜਰ, ਯਾਤਰੀ ਤੇ ਮੇਲ ਹੁੰਦੀ ਹੈ, ਡਾਕ ਲੈ ਕੇ ਜਾਂਦੀਆਂ ਨੇ। ਅੱਗੇ ਬੇਟੇ ਤੀਸਰਾ ਕੁਐਸਚਨ ਹੈ why does the poet call the passengers and mail as precious loads? ਜਿਹੜਾ ਕਵੀ ਹੈ ਉਹ ਯਾਤਰੀਆਂ ਨੂੰ ਤੇ ਜਿਹੜੀ ਮੇਲ ਹੈ ਯਾਨੀ ਕਿ ਡਾਕ ਹੈ ਉਸ ਨੂੰ ਪ੍ਰੀਸ਼ੀਅਸ ਹੁੰਦਾ, ਕੀਮਤੀ, ਲੋਡ ਹੁੰਦਾ ਸਮਾਨ, ਕੀਮਤੀ ਸਮਾਨ ਕਿਉਂ ਕਹਿੰਦਾ ਹੈ? ਇਹਦਾ ਬੇਟੇ ਆਨਸਰ ਇਹ ਲਿਖਿਆ ਪਿਆ, the poet calls passengers and mails as precious loads because it is their responsibility. ਕਿਉਂਕਿ ਇਹ ਗੱਡੀਆਂ ਦੀ ਰਿਸਪੌਂਸਿਬਿਲਿਟੀ ਹੁੰਦੀ ਹੈ, ਗੱਡੀਆਂ ਦੀ ਜ਼ਿੰਮੇਵਾਰੀ ਹੁੰਦੀ ਹੈ ਇਹਨਾਂ ਨੂੰ ਆਪਣੇ ਘਰ ਪਹੁੰਚਾਉਣਾ, ਇਸ ਕਰਕੇ ਇਹ ਬੜਾ, ਗੱਡੀਆਂ ਵਾਸਤੇ ਇਹ ਬੜਾ ਕੀਮਤੀ ਸਮਾਨ ਹੁੰਦਾ ਹੈ। ਅੱਗੇ ਬੇਟੇ ਚੌਥਾ ਕੁਐਸਚਨ ਹੈ where do the trains run? ਟ੍ਰੇਨਸ ਕਿੱਥੇ ਦੌੜਦੀਆਂ ਹਨ? ਬੇਟੇ ਉਹੀ ਸੇਮ ਕੁਐਸਚਨ ਹੈ ਬੇਟੇ, ਟ੍ਰੇਨਸ ਰਨ ਓਵਰ ਦਾ ਮਾਊਂਟੇਨਸ, ਪਲੇਨਸ ਐਂਡ ਰਿਵਰਸ। ਨਦੀਆਂ ਜਿਹੜੀਆਂ ਨੇ ਉਹ ਪਰਬਤਾਂ ਤੇ, ਮੈਦਾਨਾਂ ਤੇ ਨਦੀਆਂ ਦੇ ਉੱਪਰੋਂ ਦੀ ਹੁੰਦੀਆਂ ਹੋਈਆਂ ਦੌੜਦੀਆਂ ਨੇ। ਕੁਐਸਚਨ ਨੰਬਰ 5 ਹੈ ਬੇਟੇ ਵਾਟ ਆਰ ਦਾ ਫਰੇਟ ਕਾਰਸ? ਫਰੇਟ ਮੈਂ ਮਤਲਬ ਦੱਸਿਆ ਮਾਲ, ਕਾਰਸ ਹੁੰਦੇ ਗੱਡੀਆਂ, ਮਾਲ ਗੱਡੀਆਂ ਕੀ ਹੁੰਦੀਆਂ ਹਨ? ਆਨਸਰ ਹੈ ਬੇਟੇ ਦਾ ਫਰੇਟ ਕਾਰਸ ਆਰ ਦਾ ਟ੍ਰੇਨਸ, ਉਹ ਟ੍ਰੇਨਸ ਹੁੰਦੀਆਂ ਹਨ ਦੈਟ ਕੈਰੀ ਲੋਡਸ, ਜੋ ਕਿ ਮਾਲ ਨੂੰ ਢੋਂਦੀਆਂ ਹਨ। ਲੋਡਸ ਹੁੰਦਾ ਬੇਟੇ ਮਾਲ। ਫਿਰ ਦੁਬਾਰਾ ਦੇਖ ਲਓ, ਦਾ ਫਰੇਟ ਕਾਰਸ ਆਰ ਦਾ ਟ੍ਰੇਨਸ ਦੈਟ ਕੈਰੀ ਲੋਡਸ, ਜੋ ਕਿ ਮਾਲ ਨੂੰ ਢੋਂਦੀਆਂ ਹਨ। ਓਕੇ ਬੇਟੇ, ਇਸ ਤੋਂ ਬਾਅਦ ਬੇਟੇ ਅੱਗੇ ਹੈ ਐਕਟੀਵਿਟੀ ਨੰਬਰ 4। ਇਹਦੇ ਵਿੱਚ ਬੇਟੇ 2 ਲਾਈਨਾਂ ਮੈਂ ਪੜ੍ਹਦਾ। ਪਹਿਲੀ ਲਾਈਨ ਹੈ ਥਰੂ ਡੇ ਐਂਡ ਡਾਰਕਨੈਸ, ਥਰੂ ਡਸਕ ਐਂਡ ਡਾਨ। ਦਿਨ ਤੋਂ ਲੈ ਕੇ ਰਾਤ ਤੱਕ, ਸ਼ਾਮ ਤੋਂ ਲੈ ਕੇ ਪ੍ਰਭਾਤ ਤੱਕ, ਇਹਦੇ ਵਿੱਚ ਕਿਸ ਚੀਜ਼ ਦੀ ਜ਼ਿਕਰ ਹੋ ਰਿਹਾ ਹੈ? ਬੇਟੇ ਦੇਖੋ, ਦਿਨ ਤੋਂ ਲੈ ਕੇ ਰਾਤ ਤੱਕ, ਸ਼ਾਮ ਤੋਂ ਲੈ ਕੇ ਪ੍ਰਭਾਤ ਤੱਕ ਕਿਸ ਚੀਜ਼ ਦਾ ਜ਼ਿਕਰ ਹੋ ਰਿਹਾ ਹੈ? ਤਾਂ ਦੇਖੋ ਬੇਟੇ ਇਹ ਅਸੀਂ ਆਨਸਰ ਇੱਥੇ ਲਿਖਿਆ ਹੋਇਆ ਹੈ
ਇਹਦਾ ਆਨਸਰ ਅਸੀਂ ਇੱਥੇ ਲਿਖਿਆ ਹੋਇਆ ਹੈ ਦ ਅਬਵ ਲਾਈਨਸ ਰੈਫਰ ਟੂ ਦ ਟ੍ਰੇਨਸ। ਇਹ ਗੱਡੀਆਂ ਦੀ ਗੱਲ ਹੋ ਰਹੀ ਹੈ that runs from morning to evening, ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜਦੀਆਂ ਰਹਿੰਦੀਆਂ ਹਨ। ਇਹਨਾਂ ਲਾਈਨਾਂ ਵਿੱਚ, ਇਹਨਾਂ ਦੋਨਾਂ ਲਾਈਨਾਂ ਵਿੱਚ ਟ੍ਰੇਨਾਂ ਦਾ ਜ਼ਿਕਰ ਹੋ ਰਿਹਾ ਹੈ। ਠੀਕ ਹੈ ਬੇਟੇ। ਅੱਗੇ ਬੇਟੇ ਅਗਲਾ ਅੱਗੇ ਹੈ ਬੇਟੇ ਅਗਲਾ ਕੁਐਸਚਨ ਹੈ what do the day and darkness and dusk and dawn in the poem tells the reader। ਸਾਨੂੰ ਕੀ ਪਤਾ ਲੱਗਦਾ ਹੈ ਕਿ ਦਿਨ ਤੋਂ ਲੈ ਕੇ ਰਾਤ ਤੱਕ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਸ਼ਾਮ ਤੋਂ ਲੈ ਕੇ ਸਵੇਰ ਤੱਕ ਇਸ ਕਵਿਤਾ ਦੇ ਵਿੱਚ ਇਹਨਾਂ ਲਾਈਨਾਂ ਦਾ ਕੀ ਮਹੱਤਵ ਹੈ। ਇਹਨਾਂ ਲਾਈਨਾਂ ਦਾ ਬੇਟੇ ਇੱਥੋਂ ਆ ਆਨਸਰ ਹੈ ਬੇਟੇ। ਦੇਖੋ ਵੀ ਇਹਨਾਂ ਲਾਈਨਾਂ ਦਾ ਇਹ ਮਹੱਤਵ ਹੈ ਕਿ ਵੀ ਸ਼ੁੱਡ ਨਾਟ ਗਿਵ ਅਪ ਬਿਫੋਰ ਆਵਰ ਡੈਸਟੀਨੇਸ਼ਨ। ਸਾਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਤੋਂ ਪਹਿਲਾਂ ਕਦੇ ਵੀ ਅੱਕਣਾ, ਥੱਕਣਾ, ਰੁਕਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਟ੍ਰੇਨਸ ਜਿਹੜੀਆਂ ਗੱਡੀਆਂ ਨੇ ਉਹ ਪੈਸੰਜਰਸ ਨੂੰ ਲੈ ਕੇ ਆਉਂਦੀਆਂ ਨੇ, ਮੇਲਸ ਨੂੰ ਲੈ ਕੇ ਆਉਂਦੀਆਂ ਨੇ, ਹੋਰ ਸਾਡਾ ਜ਼ਰੂਰੀ ਸਮਾਨ ਲੈ ਕੇ ਆਉਂਦੀਆਂ ਨੇ, ਉਸੇ ਤਰੀਕੇ ਸਾਨੂੰ ਕਦੇ ਵੀ ਅੱਕਣਾ, ਥੱਕਣਾ, ਰੁਕਣਾ ਨਹੀਂ ਚਾਹੀਦਾ। ਤਾਂ ਫਿਰ ਇਸ ਤੋਂ ਅਗਲਾ ਬੇਟੇ, ਇਸ ਤੋਂ ਲਰਨਿੰਗ ਲੈਂਗੁਏਜ ਹੈ ਬੇਟੇ। ਹੁਣ ਕੰਜੰਕਸ਼ਨਸ ਹੈ ਬੇਟੇ ਜਿਨ੍ਹਾਂ ਨੂੰ ਅਸੀਂ ਸੰਬੰਧਕ ਯੋਜਕ ਬੋਲਦੇ ਹਾਂ। ਸੋ ਦਾ ਮਤਲਬ ਹੁੰਦਾ ਇਸ ਲਈ, ਬਿਕੋਜ਼, ਇਹ ਆ ਪਿਆ ਬੇਟੇ, ਇਹਨਾਂ ਲਾਈਨਾਂ ਵਾਲੇ ਧਿਆਨ ਦਿਆ ਜੀ, ਇਹਨਾਂ ਵਾਲੇ। ਸੋ ਇਸ ਲਈ, ਬਿਕੋਜ਼, ਕਿਉਂਕਿ, ਆਲਦੋ ਭਾਵੇਂ, ਐਂਡ ਅਤੇ ਯੈਟ ਫਿਰ ਵੀ, ਇਹਨਾਂ ਚੀਜ਼ਾਂ ਦਾ ਬੇਟੇ ਅਸੀਂ ਯੂਜ਼ ਕਰਨਾ ਹੈ। ਫਿਰ ਦੁਬਾਰਾ ਦੇਖ ਲਓ। ਸੋ ਮਤਲਬ ਇਸ ਲਈ, ਬਿਕੋਜ਼ ਕਿਉਂਕਿ, ਆਲਦੋ ਭਾਵੇਂ, ਐਂਡ ਅਤੇ ਯੈਟ ਫਿਰ ਵੀ। ਤਾਂ ਅਸੀਂ ਦੇਖੋ ਬੇਟੇ ਐਕਟੀਵਿਟੀ ਨੰਬਰ 5 ਹੈ ਜਿਹੜੀ, ਐਕਟੀਵਿਟੀ ਨੰਬਰ 5 ਆ ਵਾਲੀ, ਇਹਦੇ ਵਿੱਚ ਅਸੀਂ ਕਰਾਂਗੇ। ਐਗਜ਼ਾਮਪਲ ਦਿੱਤੀ ਹੋਈ ਹੈ ਪਹਿਲੀ ਬੇਟੇ ਦੇਖੋ, ਰਾਜਨ ਇਜ਼ ਹੈਪੀ ਬਿਕੋਜ਼ ਹੀ ਹੈਜ਼ ਸਟੂਡ ਫਸਟ ਇਨ ਦਾ ਰੇਸ। ਰਾਜਨ ਹੈਪੀ ਹੈ ਕਿਉਂਕਿ, ਆ ਦੇਖੋ ਬਿਕੋਜ਼ ਕਿਉਂਕਿ ਉਹ ਰੇਸ ਵਿੱਚੋਂ ਫਸਟ ਆਇਆ ਹੈ। ਸੈਕਿੰਡ ਹੈ ਬੇਟੇ, ਸੈਕਿੰਡ ਵਨ ਹੈ ਬੇਟੇ ਆ ਵਾਲਾ, ਇਟ ਵਾਜ਼ ਰੇਨਿੰਗ, ਬਰਸਾਤ ਹੋ ਰਹੀ ਸੀ, ਸੋ I did not go to school, ਇਸ ਕਰਕੇ ਮੈਂ ਸਕੂਲ ਨਹੀਂ ਗਿਆ। ਓਕੇ ਬੇਟੇ। ਤੀਸਰਾ ਹੈ ਬੇਟੇ I went to the cinema, ਮੈਂ ਸਿਨੇਮਾ ਗਿਆ, because it was a holiday, ਕਿਉਂਕਿ ਇੱਕ ਛੁੱਟੀ ਦਾ ਦਿਨ ਸੀ। ਬੇਟੇ ਬਿਕੋਜ਼ ਹੁੰਦਾ ਕਿਉਂਕਿ, ਸੋ ਹੁੰਦਾ ਇਸ ਲਈ, ਆਲਦੋ ਹੁੰਦਾ ਭਾਵੇਂ, ਯੈਟ ਹੁੰਦਾ ਫਿਰ ਵੀ, ਐਂਡ ਹੁੰਦਾ ਅਤੇ। ਇਹਨਾਂ ਚੀਜ਼ਾਂ ਦਾ ਅਸੀਂ ਇਸਤੇਮਾਲ ਕਰਨਾ ਹੈ। ਤੁਸੀਂ ਕਾਪੀਆਂ ਦੇ ਉੱਪਰ ਲਿਖ ਲਓ ਬੇਟੇ। ਸੋ ਮਤਲਬ ਇਸ ਲਈ, ਬਿਕੋਜ਼ ਮਤਲਬ ਕਿਉਂਕਿ, ਆਲਦੋ ਮਤਲਬ ਭਾਵੇਂ, ਐਂਡ ਮਤਲਬ ਅਤੇ, ਯੈਟ ਮਤਲਬ ਫਿਰ ਵੀ। ਇਹਨਾਂ ਚੀਜ਼ਾਂ ਦਾ ਮੀਨਿੰਗ ਤੁਸੀਂ ਕਾਪੀਆਂ ਦੇ ਉੱਪਰ ਲਿਖ ਲਓ। ਚਲੋ ਹੁਣ ਐਕਸਰਸਾਈਜ਼ ਕਰਦੇ ਹਾਂ। ਫਸਟ ਨੰਬਰ ਹੈ ਮਾਈ ਡੌਗ ਵਾਜ਼ ਹੰਗਰੀ, ਮੇਰਾ ਕੁੱਤਾ ਭੁੱਖਾ ਸੀ, ਡੈਸ਼ ਇਟ ਸਟੋਲ ਬਿਸਕਿਟਸ। ਮੇਰਾ ਕੁੱਤਾ ਭੁੱਖਾ ਸੀ, ਡੈਸ਼ ਉਸਨੇ ਬਿਸਕਟ ਚੋਰੀ ਕਰ ਲਏ। ਦੇਖੋ ਕੀ ਆਣਾ, ਮੇਰਾ ਕੁੱਤਾ ਭੁੱਖਾ ਸੀ, ਇਟ ਸਟੋਲ ਬਿਸਕਟ ਫਰੋਮ ਦਾ ਸ਼ੈਲਫ, ਉਸਨੇ ਸ਼ੈਲਫ ਵਿੱਚੋਂ ਬਿਸਕਟ ਚੋਰੀ ਕਰ ਲਏ। ਤਾਂ ਇਹਦੇ ਵਿੱਚ ਬੇਟੇ ਸੋ ਆ ਜਾਏਗਾ। ਸੋ ਮਤਲਬ ਹੁੰਦਾ ਹੈ ਇਸ ਲਈ, ਇਸ ਲਈ। ਠੀਕ ਹੈ, ਸੋ ਆ ਜਾਏਗਾ। ਅੱਗੇ ਬੇਟੇ ਸੈਕਿੰਡ ਵਨ ਹੈ ਬੇਟੇ ਦੇਖੋ ਆ ਵਾਲਾ ਸੈਕਿੰਡ, ਇਹਦੇ ਵਿੱਚ ਬੇਟੇ ਸੋ ਆ ਜਾਣਾ। ਠੀਕ ਹੈ, ਸੋ ਇਹ ਹੁਣ ਸੈਕਿੰਡ ਵਨ ਹੈ। ਆਈ ਐਮ ਫੀਲਿੰਗ ਸਲੀਪੀ, ਮੈਨੂੰ ਨੀਂਦ ਆ ਰਹੀ ਹੈ, ਡੈਸ਼ ਆਈ ਐਮ ਵੈਰੀ ਟਾਇਰਡ, ਡੈਸ਼ ਮੈਂ ਬਹੁਤ ਥੱਕਿਆ ਹੋਇਆ ਹਾਂ, ਮੈਨੂੰ ਨੀਂਦ ਆ ਰਹੀ ਹੈ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ। ਕਿਉਂਕਿ ਮਤਲਬ ਬੇਟੇ ਬਿਕੋਜ਼, ਇਹਦੇ 'ਚ ਤੁਸੀਂ ਬਿਕੋਜ਼ ਲਾ ਦਿਓ। ਤੀਸਰਾ ਹੈ ਬੇਟੇ ਬਬਲੀ ਬੌਟ ਨਿਊ ਕਲੋਥਸ, ਬਬਲੀ ਨੇ ਨਵੇਂ ਕੱਪੜੇ ਖਰੀਦੇ, ਡੈਸ਼ ਸ਼ੀ ਵਾਂਟਡ ਟੂ ਵੀਅਰ ਦੈਮ ਔਨ ਦੀਵਾਲੀ, ਬਬਲੀ ਨੇ ਨਵੇਂ ਕੱਪੜੇ ਖਰੀਦੇ, ਡੈਸ਼ ਉਹ ਇਹਨਾਂ ਨੂੰ ਦੀਵਾਲੀ 'ਤੇ ਪਾਉਣਾ ਚਾਹੁੰਦੀ ਸੀ, ਕਿਉਂਕਿ ਉਹ, ਬਿਕੋਜ਼, ਇਹਦੇ ਵਿੱਚ ਵੀ ਬਿਕੋਜ਼ ਆ ਜਾਏਗਾ। ਚੌਥਾ ਕੁਐਸਚਨ ਹੈ ਇਟ ਵਾਜ਼ ਰੇਨਿੰਗ, ਡੈਸ਼ ਮਾਈ ਬੁੱਕਸ ਗॉट ਵੈਟ, ਬਰਸਾਤ ਹੋ ਰਹੀ ਸੀ, ਡੈਸ਼ ਮੇਰੀਆਂ ਕਿਤਾਬਾਂ ਭਿੱਜ ਗਈਆਂ, ਇਸ ਲਈ ਮੇਰੀਆਂ ਕਿਤਾਬਾਂ ਭਿੱਜ ਗਈਆਂ। ਸੋ ਤਾਂ ਫਿਰ ਬੇਟੇ ਹੁਣ ਅਗਲੀਆਂ ਲਾਈਨਾਂ ਦਾ ਮੈਂ ਤੁਹਾਨੂੰ ਟਰਾਂਸਲੇਸ਼ਨ ਕਰਾਵਾਂਗਾ, ਤੁਸੀਂ ਆਪਣੇ ਆਪ ਇਹਨਾਂ ਦਾ ਮੀਨਿੰਗ ਤੁਸੀਂ ਭਰਨਾ। ਮੈਂ ਫਿਰ ਦੁਬਾਰਾ ਦੱਸ ਦੇਣਾ। ਸੋ ਮਤਲਬ ਇਸ ਲਈ, ਬਿਕੋਜ਼ ਮਤਲਬ ਕਿਉਂਕਿ, ਆਲਦੋ ਮਤਲਬ ਭਾਵੇਂ, ਐਂਡ ਮਤਲਬ ਅਤੇ, ਯੈਟ ਮਤਲਬ ਫਿਰ ਵੀ। ਚਲੋ ਪੰਜਵਾਂ ਮੈਂ ਟਰਾਂਸਲੇਟ ਕਰਾਵਾਂਗਾ, ਤੁਸੀਂ ਆਪਣੇ ਆਪ ਭਰ ਕੇ ਦੇਖਣਾ ਹੈ। ਹੀ ਡਿਡ ਨਾਟ
स्टडी हार्ड, उसने मेहनत नहीं की थी, डैश ही फेल्ड द टेस्ट, डैश वो फेल हो गया। आई आस्कड फॉर डायरैक्शंस, मैं डायरैक्शंस मतलब हुंदा है दिशावां बारे पुछया, डैश आई वाज लॉस्ट, डैश मैं गुम गया सी, मैं दिशा बारे पुछया, डैश मैं गुम गया सी। नैक्सट है बेटे, आई डिड नॉट क्लीन द रूम, मैं कमरा साफ नहीं किया, इट बिकेम डर्टी, ये गंदा होया पिया सी, मैं कमरा साफ नहीं किया, डैश ये गंदा होया पिया सी। आई मैट विद एन एक्सीडेंट, डैश आई वाज ड्राइविंग फास्ट, मेरा एक्सीडेंट हो गया, डैश मैं फास्ट ड्राइव कर रहा सी। दीपा वेंट टू द डॉक्टर, दीपा डॉक्टर कोल गई, डैश शी वाज फीलिंग सिक, डैश वो बीमार सी। मोहन डिड नॉट हेल्प सोहन, मोहन ने सोहन की हेल्प नहीं की, डैश ही वाज नॉट वेल, डैश वो ठीक नहीं सी। मोहन ने सोहन की हेल्प नहीं की, डैश वो ठीक नहीं सी। ये बेटे तुसी इन्हां दे विचों भर लेने हैं। नैक्सट है बेटे एक्टिविटी नंबर 6, कंबाइन द सेंटेंसिस, कंबाइन द सेंटेंसिस गिवन बिलो यूजिंग ऑल्दो एंड येट, ऑल्दो भावें, येट फिर भी, इन्हां दा बस इस्तेमाल करना है। राइट दैम इन योर नोटबुक, अपनी नोटबुक दे विच लिखो। हेयर आर अ फ्यू एग्जाम्पल्स, कुछ एग्जाम्पल्स दित्तियां होईयां ने। रीड दैम बिफोर यू डू द एक्टिविटी, इन्हां नूं पढ़ो, तुसी एक्टिविटी करन तो पहला इन्हां नूं पढ़ो। एग्जाम्पल की है बेटे, देखो पहली एग्जाम्पल आप ही, राजन डिड नॉट विन द रेस, राजन वाज हैप्पी, ऑल्दो राजन डिड नॉट विन द रेस येट ही वाज हैप्पी। बेटे राजन राजन जेकर 2 बारी आ गया तो सैकेंड बारी असी राजन की थां ते ही लिखना है, जे किसी लड़की का नाम होवे तो शी लिखना है। बस बेटे इनका आही रूल है, ऑल्दो अगे लगा दो, येट दोनों सेंटेंसिस दे विचाले ला दो, तो जेकर बेटे जेकर उत्थे वो दिता होया पहले बार इत्थे भी राजन है तो इत्थे भी राजन है, तो पहला बेटे असी राजन लिख देना है, दूजा असी ही लिख देना है, ठीक है ना, याद रखना है। तो स्टार्टिंग तो ऑल्दो ला दो, सेंटेंस तो बाद येट लगा दो। जिमें इट वाज रेनिंग आई, सैकेंड सेंटेंस देखो, इट वाज रेनिंग आई वेंट टू स्कूल, ऑल्दो इट वाज रेनिंग येट आई वेंट टू स्कूल, कुछ भी नहीं बेटे, बड़ा ईजी है। थर्ड है, इट वाज ए हॉलीडे आई डिड नॉट गो टू द सिनेमा, ऑल्दो इट वाज ए हॉलीडे येट आई डिड नॉट गो टू द सिनेमा, कितना ईजी है। ऑल्दो स्टार्टिंग तो, येट दोनों सेंटेंसिस दे विचाले। एक चीज़ नोट करनी है कि जेकर इत्थे जिवें इत्थे भी राजन है, इत्थे भी राजन है, तो असी राजन की थां ते इत्थे ही लगा देंगे, जे इत्थे किसी लड़की का नाम आ जाता तो असी इत्थे शी लगा देना सी, ठीक है ना। चलो हुण असी एग्जाम्पल करांगे। माई डॉग वाज हंगरी डैश फुल स्टॉप इट डिड नॉट ईट बिस्किट, इत्थे ऑल्दो ला दो, इत्थे येट लगा दो। ही इज़ वैरी स्लीपी ही इज़ वॉचिंग ए मूवी, ऑल्दो इत्थे ला दो, इत्थे येट लगा दो। हुण बेटे तुसी सारे सेंटेंसिस दे विच ऑल्दो स्टार्टिंग तो लगा देना है, येट जिहड़ा है वो तुसी दोनों सेंटेंसिस दे विचाले ला देना, जिथे जिथे फुल स्टॉप आएगा ना बेटे, जिथे जिथे इत्थे आ देखो, इत्थे फुल स्टॉप आ गया, इत्थे आ गया, ठीक है, इत्थे आ गया, इत्थे आ गया, इत्थे फुल स्टॉप आ गया, इत्थे आ गया, इत्थे आ गया, इत्थे आ गया, ठीक है, इत्थे आ गया तो इत्थे आ गया, इत्थे इत्थे जिथे जिथे फुल स्टॉप है उत्थे उत्थे बेटे तुसी येट लगा देना है, स्टार्टिंग तो ऑल्दो ला देना है। एक चीज़ का ख्याल रखिया जे बेटे, जिवें इत्थे मोहन है, एक सेकंड, जिवें इत्थे मोहन है, इत्थे भी मोहन है, तो इस मोहन की थां ते तुसी की लिखोगे, ही, समझ लगी ना। इस करके बेटे 2 बारी इको ही नाउन है जिहड़ा वो नहीं आउंदा हुंदा, दूसरी बारी असीं उहदी थां ते प्रनाउन लगाउणा हुंदा है। इस करके तुसीं बेटे ऑल्दो स्टार्टिंग तो इत्थे ऑल्दो लगा दिया जे बेटे, इन्हां दे विचाले इत्थे जिथे फुल स्टॉप है उत्थे तुसीं जेट लगा दिया जे। ये बेटे तुहाडा सैकेंड वाली पोइम सी, ये सारे बच्चों ने कॉपियां ते लिख लैनी है तो याद भी कर लैनी है। अगले लैक्चर दे विच आपां तुहाडा अगला चैप्टर करांगे। ओके बेटे, थैंक यू सो मच फॉर वॉचिंग माई वीडियोज़। मैनूं लगता है कि तुहानूं वीडियो अच्छी लगी होएगी। अगले वीडियो दे विच आपां अगला चैप्टर करांगे, ठीक है बेटे।